ਸੰਸਦ ਦੇ ਵਿੱਚ ਜ਼ਬਰਦਸਤ ਹੰਗਾਮੇ ਤੋਂ ਬਾਅਦ ਬਿਨਾਂ ਕਿਸੇ ਚਰਚੇ ਦੇ ਜਿਹੜੇ ਖੇਤੀ ਕਾਨੂੰਨ ਆਏ ਸਨ ਉਹਨਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਪਰ ਹੁਣ ਫਿਰ ਇੱਕ ਬਹਿਸ ਛਿੜ ਗਈ ਹੈ, ਲੰਮੀ ਚਰਚਾ ਛਿੜ ਗਈ ਹੈ ਕਿਸਾਨ ਆਗੂਆਂ ਦੇ ਵਿੱਚ ਵੀ ਕਿ ਐਮਐਸਪੀ ਜਿਹੜੀ ਹੈ ਉਹ ਜ਼ਰੂਰ ਉਸ ਦੇ ਉੱਪਰ ਰਾਹਤ ਮਿਲੇ। ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਜਿਹੜੀ ਕਾਨੂੰਨ ਰੱਦ ਹੋਏ ਨੇ, ਕਾਨੂੰਨ ਰੱਦ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਦੇ ਉੱਪਰ ਬੜੇ ਜ਼ਬਰਦਸਤ ਨਿਸ਼ਾਨੇ ਸਾਧੇ ਕਿ ਸਰਕਾਰ ਨੇ ਕੋਈ ਵਿਚਾਰ ਚਰਚਾ ਨਹੀਂ ਕੀਤੀ। ਚਰਚਾ ਤੋਂ ਬਿਨਾਂ ਹੀ ਕਾਨੂੰਨ ਆ ਗਏ ਸਨ, ਚਰਚਾ ਤੋਂ ਬਿਨਾਂ ਹੀ ਸਰਕਾਰ ਨੇ ਰੱਦ ਕਰ ਦਿੱਤੇ ਆ। ਰੱਦ ਜਿਵੇਂ ਮਰਜ਼ੀ ਹੋਏ, ਪਰ ਪੰਜਾਬ ਦੇ ਜਾਂ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ। ਤੁਸੀਂ ਇਸ ਜਿੱਤ ਨੂੰ ਅਧੂਰੀ ਜਿੱਤ ਮੰਨ ਰਹੇ ਹੋ ਜਾਂ ਪੂਰੀ ਜਿੱਤ ਮੰਨ ਰਹੇ ਹੋ? ਤੁਸੀਂ ਕੀ ਸੋਚਦੇ ਇਸ ਬਾਰੇ? नहीं, ये बहुत बड़ी जित है, पूरी नहीं किया जा सकता। इस अंदोलन ਦੇ ਨਾਲ ਜਦੋਂ ਸ਼ੁਰੂ ਹੋਇਆ ਹੈ, ਸਾਡੀ ਇੱਕ ਮੰਗ ਸੀਗੀ ਕਿ ਬਿਜਲੀ ਬਿੱਲ ਆ ਰਿਹਾ ਜਿਹੜਾ 2020 ਉਹ ਵੀ ਵਾਪਸ ਲਿਆ ਜਾਏ। ਇਹਦੇ ਨਾਲ ਮੰਗ ਸੀ ਕਿ ਐਮਐਸਪੀ ਦੀ ਗਰੰਟੀ ਦਾ ਵੀ ਕਾਨੂੰਨ ਬਣਾਇਆ ਜਾਏ। ਇੱਕ ਅਸੀਂ ਮੰਗ ਲੈ ਕੇ ਆਏ ਸੀ ਡੀਜ਼ਲ ਦੀ ਰੇਟ ਦੀ, ਵੀ ਡੀਜ਼ਲ ਦੇ ਰੇਟ ਘੱਟ ਕੀਤੇ ਜਾਣ, ਔਰ ਉਹਦੇ ਚਲਦਿਆਂ ਲੱਖਾਂ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋ ਗਏ। ਹੁਣ ਇਹ ਬਾਕੀ ਸਾਰੀਆਂ ਇੰਨੀਆਂ ਸਾਰੀਆਂ ਮੰਗਾਂ ਅਸੀਂ ਲਿਖ ਕੇ ਪ੍ਰਧਾਨ ਮੰਤਰੀ ਦੇ ਟੇਬਲ ਦੇ ਉੱਤੇ ਫਿਰ ਭੇਜੀਆਂ 21 ਤਰੀਕ ਨੂੰ ਕਿ ਆਹ ਜਿਹੜੀਆਂ ਸਾਡੀਆਂ ਬਾਕੀ ਮੰਗਾਂ ਨੇ ਕਿਰਪਾ ਕਰਕੇ ਇਹਨਾਂ ਤੇ ਵਿਚਾਰ ਕਰੋ, ਵਿਚਾਰ ਕਰਕੇ ਇਹਨਾਂ ਦੇ ਤੇ ਸਾਨੂੰ ਕੀ ਦੇਣੇ ਉਹ ਦਿਓ। ਹੁਣ ਰਹੀ ਗੱਲ ਜਿਹੜੀ ਆਪਾਂ ਐਮਐਸਪੀ ਦੀ ਗੱਲ ਕਰਦੇ ਹਾਂ, ਦੇਖੋ ਜਿਸ ਵੇਲੇ ਨਰਿੰਦਰ ਮੋਦੀ ਜੀ ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਦੀ ਸੀਟ ਤੇ ਬੈਠੇ ਨੇ, ਉਸ ਵੇਲੇ ਇੱਕ ਕਮੇਟੀ ਬਣੀ ਔਰ ਉਸ ਕਮੇਟੀ ਦੇ ਚੇਅਰਮੈਨ ਨੇ ਇਹ, ਉਸ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਬੜਾ ਸਪਸ਼ਟ ਉਹਦੇ 'ਚ ਲਿਖਿਆ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਉੱਤੇ ਐਮਐਸਪੀ ਦੇ ਉੱਤੇ ਗਰੰਟੀ ਦਿੱਤੀ ਜਾਏ। ਇਹ ਲਿਖਿਆ ਉਹਦੇ 'ਚ। ਮੈਂ ਕਹਿੰਦਾ ਉਹੀ ਰਿਪੋਰਟ ਲਾਗੂ ਕਰ ਦੇਣ। ਕੀ ਲੋੜ ਅੱਜ ਨਵੀਂ ਕਮੇਟੀ ਬਣਾਉਣ ਦੀ ਜੀ? ਅੱਜ ਤਾਂ ਨਵੀਂ ਕਮੇਟੀ ਤਾਂ ਲੋੜ ਹੈ ਜੀ, ਪਹਿਲਾਂ ਇਹ ਤੋਂ ਸਰਵੇ ਨਾ ਹੋਇਆ ਹੋਵੇ, ਪਹਿਲਾਂ ਇਹਦੇ ਕੰਮ ਨਾ ਹੋਇਆ ਹੋਵੇ, ਮਿਹਨਤ ਨਾ ਹੋਈ ਪਈ ਹੈ, ਉਹ ਲਾਗੂ ਕਰ ਦੇਣ। ਇਹ 2 ਮਿੰਟ ਦੀ ਗੱਲ ਹੈ। ਅਗਲੀ ਜਿਹੜੀ ਗੱਲ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਨਾ ਜਿਹੜਾ, ਇਹ 2 ਲਾਈਨਾਂ ਦੀ ਗੱਲ ਹੈ, ਕੋਈ ਬਹੁਤ ਵੱਡਾ ਪਹਾੜ ਨਹੀਂ ਹੈ ਕਿ ਪੂਰੇ ਦੇਸ਼ ਨੂੰ ਪੁੱਛਣ ਦੀ ਲੋੜ ਹੈ। ਪੂਰਾ ਦੇਸ਼ ਮੰਗਦਾ ਹੈ ਕਿ ਐਮਐਸਪੀ ਦੇ ਉੱਤੇ ਗਰੰਟੀ ਦਿੱਤੀ ਜਾਏ। 2 ਗੱਲਾਂ ਲਿਖਣ ਦੀ ਲੋੜ ਹੈ ਕਿ ਅਸੀਂ ਇਸ ਕਾਨੂੰਨ ਦੇ ਤਹਿਤ, ਇਸ ਧਾਰਾ ਦੇ ਤਹਿਤ ਕਿਸਾਨਾਂ ਦੀ ਫਸਲ ਨੂੰ ਐਮਐਸਪੀ ਦੇ ਰੇਟ ਦੇ ਉੱਤੇ ਵਿਕਣ ਦੀ ਗਰੰਟੀ ਦਾ ਕਾਨੂੰਨ ਦਿੰਦੇ ਆ, ਔਰ ਅਗਰ ਕੋਈ ਇਦੋਂ ਘੱਟ ਰੇਟ ਦੇ ਉੱਤੇ ਖਰੀਦੇਗਾ ਤੇ ਉਹ ਸਜ਼ਾ ਦਾ ਹੱਕਦਾਰ ਹੋਏਗਾ। 2 ਗੱਲਾਂ ਹੀ ਲਿਖਣੀਆਂ, ਤੋਂ ਬਾਅਦ ਹੋਰ ਕੁਝ ਲਿਖਣਾ ਹੀ ਨਹੀਂ। ਤੇ ਕੌਣ ਵਿਰੋਧ ਕਰਦਾ ਜੀ ਇਹਦਾ? ਕੀ ਲੋੜ ਹੈ ਇਹਦੇ ਉੱਤੇ? ਮਤਲਬ ਹਜੇ ਕਮੇਟੀਆਂ ਦੀ ਇਹ ਕਹਿਣ ਦਾ ਜੀ ਬਹੁਤ ਵੱਡਾ ਇਸ਼ੂ ਹੈ। ਹਾਂ, ਵੱਡਾ ਇਸ਼ੂ ਕੀ ਹੈ ਕਿ ਅਗਰ ਇਹਦੇ ਰੇਟ ਤੈਅ ਕਰਨੇ ਨੇ, ਜਦੋਂ ਐਮਐਸਪੀ ਕੀ ਬਣੇ ਉਹ ਇਸ਼ੂ ਹੈ। ਉਹ ਜਦੋਂ ਐਮਐਸਪੀ ਬਣਨੀ ਹੈ ਉਹ ਹੀ ਮਿਲਣੀ ਹੈ ਨਾ ਕਿਸਾਨ ਨੂੰ। ਉਹ ਤਾਂ ਰੋਜ਼ ਦੀ ਰੋਜ਼ ਵਿਚਾਰ ਚਰਚਾ ਹੁੰਦੀ ਰਹਿਣੀ ਹੈ ਜੀ, ਉਹਦੇ ਤੇ ਕੋਈ ਰੌਲਾ ਨਹੀਂ ਹੈ। ਇਹ ਤਾਂ ਮੈਂ ਸਰਕਾਰ ਸਗੋਂ ਖਾਮਖਾ ਲੋਕਾਂ ਨੂੰ, ਵਿਚਾਰੇ ਭੋਲੇ ਭਾਲੇ ਲੋਕ ਨੇ ਜਿਹੜੇ, ਉਹਨਾਂ ਦੇ ਭੋਲੇਪਨ ਦਾ ਲਾਭ ਉਠਾਉਂਦੀ ਹੋਈ ਇੱਕ ਵੱਡਾ ਪ੍ਰਚਾਰ ਕਰ ਰਹੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ। ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਕੋਈ ਵੱਡੀ ਗੱਲ ਨਹੀਂ। ਹਾਂ, ਐਮਐਸਪੀ ਦੇਣੀ ਉਹ ਇੱਕ ਗੱਲ ਹੈ ਕਿ ਕਿਹੜੀ ਸਟੇਟ 'ਚ ਕਿੰਨਾ ਖਰਚਾ ਆਉਂਦਾ ਹੈ, ਕਿਹੜੀ ਸਟੇਟ 'ਚ ਕਿੰਨਾ ਖਰਚਾ ਆਉਂਦਾ ਹੈ, ਕਿਹੜੀ ਫਸਲ ਤੇ ਕਿੰਨਾ ਖਰਚਾ ਆਉਂਦਾ ਹੈ, ਉਹ ਇੱਕ ਲੰਮੀ ਬਹਿਸ ਦਾ ਵਿਸ਼ਾ ਹੁੰਦਾ ਹੈ। ਉਹ ਕੀ ਤੈਅ ਕੀਤੀ ਜਾਏ ਉਹ ਬਹਿਸ ਦਾ ਵਿਸ਼ਾ ਹੁੰਦਾ ਹੈ। ਕਾਨੂੰਨ ਬਣਾਉਣਾ ਕੋਈ ਲੰਮੀ ਬਹਿਸ ਦਾ ਵਿਸ਼ਾ ਨਹੀਂ, ਔਰ ਉਹ ਲੈਣੇ ਮਤਲਬ ਸਾਡੀ ਅਹਿਮ ਲੋੜ ਹੈ। ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਉਹ ਪਰਚੇ ਵਾਪਸ ਕਰਾਉਣੇ ਸਾਡੀ ਹਜੇ ਲੜਾਈ ਬਾਕੀ ਹੈ। ਹੁਣ ਲਖੀਮਪੁਰ ਦੇ ਵਿੱਚ ਇੱਕ ਘਟਨਾ ਘਟੀ ਹੈ ਜੀ, ਸਾਡੇ 4 ਕਿਸਾਨ ਸ਼ਹੀਦ ਹੋਏ ਨੇ, ਇੱਕ ਪੱਤਰਕਾਰ ਸ਼ਹੀਦ ਹੋ ਗਿਆ। ਇਹ 'ਚ ਸਾਡੇ ਕਿਸਾਨਾਂ ਨੇ ਇੱਕ ਬੀਜੇਪੀ ਦੀ ਗੁੰਡਾਗਰਦੀ ਕਰਨ ਵਾਲਾ ਬੰਦਾ ਫੜ ਕੇ ਫੜਾਇਆ ਜੀ ਪੁਲਿਸ ਨੂੰ। ਪੁਲਿਸ ਉਹਨੂੰ ਮੂਹਰੇ ਲਾ ਕੇ ਤੁਰ ਕੇ ਲਈ ਜਾਂਦੀ ਹੈ। ਬਾਅਦ ਦੇ ਵਿੱਚ ਉਸੇ ਨੂੰ ਮਰਿਆ ਸ਼ੋਅ ਕਰਕੇ ਉਹ ਸਾਡੇ ਕਿਸਾਨਾਂ ਦੇ ਪਰਚਾ ਪਾਇਆ ਗਿਆ, ਮੁਕੱਦਮਾ ਪਾਇਆ ਗਿਆ। ਹੁਣ ਇਹ ਧੱਕਾ ਨਹੀਂ ਸਾਡੇ ਕਿਸਾਨਾਂ ਨਾਲ। ਇੱਥੋਂ ਤੱਕ ਰਿਪੋਰਟ ਆ ਗਈ ਸਾਡੇ ਕੋਲੇ ਕਿ ਘਰਾਂ ਦੇ ਵਿੱਚ ਗਏ ਨੇ, ਘਰਾਂ 'ਚੋਂ ਉਹਨਾਂ ਕਿਸਾਨਾਂ ਦੇ ਬੱਚਿਆਂ ਦੇ ਕੱਪੜੇ ਚੱਕੇ ਆ, ਲਿਆ ਕੇ ਕੱਪੜਿਆਂ ਨੂੰ ਚਿੱਕੜ ਦੇ ਵਿੱਚ ਮੱਧ ਕੇ ਉਹਨੂੰ ਉਹੀ ਸ਼ਕਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਇਹ ਦੇਖੋ ਇਹ ਬੰਦੇ ਉਹਦੇ ਵਿੱਚ ਸ਼ਾਮਲ ਸੀ, ਆਹ ਦੇਖੋ ਇਹਨਾਂ ਦੇ ਕੱਪੜੇ ਦੱਸਦੇ। ਹੁਣ ਮੈਨੂੰ ਐਂ ਦੱਸਿਓ ਵੀ ਉਦੋਂ ਦੇ ਉਹ ਬੰਦਿਆਂ ਦੇ ਕੱਪੜੇ ਲਿਬੜੇ ਹੀ ਪਏ ਹੋਣਗੇ ਜੀ ਗਾਰੇ ਨਾਲ? ਤਾਂ ਸਰਕਾਰ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹ ਧੱਕੇਸ਼ਾਹੀ ਕਰ ਰਹੀ ਹੈ। ਉਹਨਾਂ ਨੂੰ ਇਨਸਾਫ ਦਿਵਾਉਣਾ। ਅਜੇ ਮਿਸ਼ਰਾ ਟੈਣੀ ਨੂੰ ਜੇਲ੍ਹ ਦੇ ਮਗਰ ਘੱਲਣਾ, ਉਹ ਸਾਰੀ ਲੜਾਈ ਹਜੇ ਬਾਕੀ ਪਈ ਹੈ। ਬਹੁਤ ਸਾਰੇ ਕੇਸ ਹੋਏ ਨੌਜਵਾਨਾਂ ਦੇ ਉੱਪਰ, ਪੱਤਰਕਾਰਾਂ ਦੇ ਉੱਪਰ ਵੀ, ਉਹਨਾਂ ਨੂੰ ਵੀ ਨੋਟਿਸ ਆਏ। ਦਿੱਲੀ ਦੇ ਵਿੱਚ ਜਦੋਂ 26 ਜਨਵਰੀ ਦਾ ਘਟਨਾ ਵਾਪਰੀ ਤਾਂ ਉਸ ਸਮੇਂ ਇੱਕ ਮੁੰਡੇ ਨੂੰ ਗੋਲੀ ਵੀ ਲੱਗੀ ਸੀ, ਨਵਰੀਤ ਨੂੰ। ਉਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨਾਂ ਦੇ ਗ੍ਰਿਫਤਾਰੀਆਂ ਹੋਈਆਂ, ਉਹਨਾਂ ਦੇ ਟਰੈਕਟਰ ਵੀ ਅੰਦਰ ਖੜੇ ਕੀਤੇ ਗਏ। ਤੁਹਾਨੂੰ ਕੀ ਲੱਗਦਾ ਹੈ ਉਹ ਜ਼ਰੂਰੀ ਨਹੀਂ ਹੈ ਹੁਣ ਉਸ ਦੇ ਉੱਪਰ ਕਿਸਾਨ ਆਗੂਆਂ ਨੂੰ ਆਵਾਜ਼ ਨਹੀਂ ਉਠਾਉਣੀ ਚਾਹੀਦੀ? ਨਹੀਂ, 100% ਇਹ 'ਚ ਕੋਈ ਦੋ ਰਵਾਂ ਨਹੀਂ। ਮੋਰਚਾ ਉਠਾਏਗਾ, ਉਠਾ ਰਿਹਾ ਹੈ। ਅਸੀਂ ਉਹਨਾਂ ਟਰੈਕਟਰਾਂ ਦੀ ਵੀ ਗੱਲ ਕਰ ਰਹੇ ਹਾਂ,
ਅਸੀਂ ਹਰ ਇੱਕ ਮੁਕੱਦਮੇ ਦੀ ਗੱਲ ਕਰ ਰਹੇ ਹਾਂ ਕਿ ਹਰ ਇੱਕ ਮੁਕੱਦਮਾ ਰੱਦ ਹੋਵੇ। ਇਹ ਜਿਹੜਾ ਵੀ ਮਤਲਬ ਮਾਹੌਲ ਬਣਿਆ ਇਹ ਕਾਨੂੰਨਾਂ ਕਰਕੇ ਬਣਿਆ ਨਾ ਜੀ। ਜੇਕਰ ਦਿੱਲੀ ਦੇ ਅੰਦਰ ਸਾਡੇ ਨੌਜਵਾਨ ਗਏ, ਉਹ ਵੀ ਇੱਕ ਮਤਲਬ ਅੰਦੋਲਨਕਾਰੀ ਸੀ, ਅੰਦੋਲਨ ਕਰਨ ਵਾਸਤੇ ਆਏ ਸੀ, ਉਹ ਮਿਸਗਾਈਡ ਹੋ ਕੇ ਅੰਦਰ ਚਲੇ ਗਏ। ਹੁਣ ਇਹ ਥੋੜੀ ਆ ਵੀ ਉਹਨਾਂ ਨੂੰ ਆਪਾਂ ਇਹ ਕਹਾਂਗੇ ਵੀ ਉਹਨਾਂ ਦੇ ਤਾਂ ਮੁਕੱਦਮੇ ਲੱਗੇ ਰਹਿਣ ਦਿਓ। ਟੋਟਲ ਮੁਕੱਦਮੇ ਰੱਦ ਹੋਣੇ ਚਾਹੀਦੇ ਆ। ਸਾਰੇ ਮੁਕੱਦਮੇ ਰੱਦ ਜਿੰਨਾ ਚਿਰ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਸ ਲੜਾਈ ਨੂੰ ਜੇਤੂ ਕਰਾਰ ਨਹੀਂ ਦੇ ਸਕਦੇ। ਜਿੰਨੇ ਵੀ ਕਿਸਾਨ ਆਗੂ ਨੇ ਸਾਰਿਆਂ ਨੇ ਮਿਲ ਕੇ ਸੰਯੁਕਤ ਕਿਸਾਨ ਮੋਰਚੇ ਦੇ ਰੂਪ ਦੇ ਵਿੱਚ ਜੰਗ ਲੜੀ ਹੈ, ਜਿਸ ਤੋਂ ਹੁਣ ਪੂਰੀ ਤਰ੍ਹਾਂ ਜਿੱਤ ਵੀ ਲਿਆ ਗਿਆ। ਤੁਸੀਂ ਕਹਿ ਰਹੇ ਹੋ ਕਿ ਜਿੱਤ ਹੈ, ਪਰ ਕੁਝ ਨਾ ਕੁਝ ਅਜੇ ਕਮੀ ਹੈ, MSP ਦੀ ਹੈ ਜਾਂ ਫਿਰ ਬਹੁਤ ਸਾਰੇ ਕੇਸ ਨੇ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਹੈ। ਜੇਕਰ ਤੁਸੀਂ ਇਸ ਦੇ ਉੱਪਰ ਅੜੇ ਰਹਿੰਦੇ ਹੋ ਤਾਂ ਕਿਤੇ ਇਹ ਪ੍ਰਭਾਵ ਤਾਂ ਨਹੀਂ ਜਾਏਗਾ ਕਿ ਕਿਸਾਨ ਪਹਿਲਾਂ ਮੋਦੀ ਸਾਹਿਬ ਅੜੇ ਹੋਏ ਸੀ, ਹੁਣ ਕਿਸਾਨ ਅੜੀਅਲ ਸੁਭਾਅ? ਨਹੀਂ ਦੇਖੋ, ਮੈਨੂੰ ਐਂ ਦੱਸਿਓ ਵੀ ਜੇ ਤਾਂ ਅਸੀਂ ਕੋਈ ਨਵੀਂ ਮੰਗ ਪਾਈਏ ਫਿਰ ਤਾਂ ਬਿਲਕੁਲ ਵਾਜਬ ਹੈ ਗੱਲ ਕਿ ਜੇ ਦੇਖੋ ਲੈ ਕੇ ਆ ਕੁਛ ਆਏ ਸੀ ਅੱਜ ਨਵੀਆਂ ਵਿੱਚ ਪਾ ਰਹੇ ਨੇ ਤਾਂ ਫਿਰ ਤਾਂ ਸੁਭਾਵਿਕ ਜੀ ਗੱਲ। ਸਾਨੂੰ ਇੰਨਾ ਕਦਾ ਤਜਰਬਾ ਹੋ ਗਿਆ ਨਾ ਲੜਾਈ ਲੜਦਿਆਂ ਨੂੰ ਕਿ ਅੰਦੋਲਨ ਦੇ ਵਿੱਚ ਜਿਹੜੀ ਪਹਿਲੇ ਦਿਨ ਮੰਗ ਪੱਤਰ ਦੇ ਵਿੱਚ ਜੋ ਮੰਗਾਂ ਪਾ ਦਿੱਤੀਆਂ ਜਾਂਦੀਆਂ ਫਿਰ ਉਸ ਤੋਂ ਬਾਅਦ ਨਵੀਂ ਮੰਗ ਐਡ ਕਰਨੀ ਬੜੀ ਔਖੀ ਹੁੰਦੀ ਹੈ। ਉਹ ਅੰਦੋਲਨਕਾਰੀਆਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਨੀਅਤ ਤੇ ਸ਼ੱਕ ਖੜਾ ਕਰਾਉਂਦੀ ਹੈ। ਇਸ ਕਰਕੇ ਨਹੀਂ ਪਾਉਂਦੇ ਹੁੰਦੇ ਅਸੀਂ। ਤੋ ਜਿਹੜੀਆਂ ਮੰਗਾਂ ਸਾਡੀਆਂ ਪਹਿਲੇ ਦਿਨ ਪਈਆਂ ਮੰਗ ਪੱਤਰ ਚੱਕ ਲੈ ਸਰਕਾਰ। ਅਗਰ ਉਸ ਮੰਗ ਪੱਤਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਸਾਨੂੰ ਇਨਸਾਫ ਦੇ ਦੇ, ਜੇ ਕੋਈ ਨਵੀਂ ਪਾਈ ਤਾਂ ਨਾ ਦੇਵੇ। ਮੈਂ ਇਹ ਸਵਾਲ ਤਾਂ ਕੀਤਾ ਕਿਉਂਕਿ ਪੰਜਾਬ ਦੇ BJP ਆਗੂ ਜਿਹੜੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਹਜਮ ਵੀ ਨਹੀਂ ਹੋਈ ਕਿ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਕਿਵੇਂ ਲੈ ਲਏ। ਉਸ ਤੋਂ ਬਾਅਦ ਉਹ ਲਗਾਤਾਰ ਨਿਸ਼ਾਨੇ ਸਾਧ ਰਹੇ ਨੇ, ਕਹਿੰਦੇ ਨੇ ਉਹ ਤਾਂ ਕਾਮਰੇਡ ਬੈਠੇ ਹੋਏ ਆ ਜੀ ਜਾਂ ਖਾਲਿਸਤਾਨੀ ਹੈ, ਉਹਨਾਂ ਨੇ ਤਾਂ ਦੇਸ਼ ਤੋੜਨ ਦੀਆਂ ਗੱਲਾਂ ਕਰਨੀਆਂ ਸੀ, ਕਰ ਰਹੇ ਨੇ। ਵੇਖ ਲਿਓ ਹੁਣ ਵੀ ਉਹਨਾਂ ਨੇ ਵਾਪਸ ਨਹੀਂ ਆਉਣਾ ਭਾਵੇਂ ਕਿ ਕਾਨੂੰਨ ਰੱਦ ਹੋ ਗਏ। ਦੇਖੋ ਗੱਲ ਇਹ ਹੈ, BJP ਦੇ ਇੱਕ ਨਹੀਂ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੂੰ ਇਹ ਗੱਲ ਹਜਮ ਨਹੀਂ ਹੋਈ। ਇਹ ਜੇ ਲੋਕ ਹੀ ਦੇਸ਼ ਨੂੰ ਤੋੜਦੇ ਆ, ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ। ਅਸੀਂ ਤਾਂ ਦੇਸ਼ ਜੋੜਿਆ ਹੈ, ਸਾਰਾ ਭਾਰਤ ਜੋੜਤਾ ਨਾ ਇਸ ਅੰਦੋਲਨ ਨੇ। ਜਿਹੜਾ ਕਦੇ ਕਹਿੰਦੇ ਸੀਗੇ ਵੀ ਹਰਿਆਣਾ ਤੇ ਪੰਜਾਬ ਤਾਂ ਦੁਸ਼ਮਣ ਬਣਾ ਕੇ ਠੱਲਤੇ ਸੀ ਇਹਨਾਂ ਨੇ, ਅੱਜ ਉਹ ਹਰਿਆਣਾ ਤੇ ਪੰਜਾਬ ਭਾਈ ਬਣ ਕੇ ਲੜ ਰਹੇ ਨੇ, ਪਿੱਛੇ ਨਹੀਂ ਹਟਦੇ। ਜੇ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ 48,000 ਤਾਂ ਅਸੀਂ ਇਹ ਕਿਹਾ ਹੈ ਕਿ ਮੈਂ ਕਹਿ ਕੇ ਗਿਆ ਹਾਂ ਸਟੇਜ ਤੋਂ ਵੀ ਕਿ ਫਿਕਰ ਨਾ ਕਰੋ, ਇਹਨੂੰ ਇਹ ਨਹੀਂ ਹੈ ਕਿ ਹਰਿਆਣੇ ਵਾਲੇ ਨੂੰ ਛੱਡ ਕੇ ਜਾਵਾਂਗੇ, ਮਰਨ ਵਰਤੇ ਬੈਠਣਾ ਪਿਆ ਤੇ 10 ਬੈਠੂਗਾ, ਤੁਹਾਡੇ ਨਾਲ ਆ, ਘਬਰਾਓ ਨਾ, ਦਿਲ ਰੱਖੋ। ਤੋ ਅਸੀਂ ਤਾਂ ਜੋੜੇ ਆ, ਤੋੜਨ ਦਾ ਕੰਮ ਤਾਂ ਇਹ ਕਰਦੇ ਨੇ। ਦੂਜੀ ਗੱਲ, ਸਾਡੀਆਂ ਇਹ ਜਿਹੜੇ ਕਹਿ ਰਹੇ ਨੇ ਇਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਮੰਗ ਪੱਤਰ ਚੱਕ ਲਓ ਸਾਡੇ। ਜੇ ਤਾਂ ਮੰਗ ਪੱਤਰ ਦੇ ਵਿੱਚ ਸਾਡੇ 'ਚ ਪਹਿਲੇ 'ਚ ਉਹ ਗੱਲਾਂ ਨਹੀਂ, ਜਿਹੜੀ ਵੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਸਾਡੇ ਮੰਗ ਪੱਤਰ ਦੇ ਵਿੱਚ ਹੈ ਨਹੀਂ, ਉਹ ਸਾਨੂੰ ਨਾ ਦਿਓ। ਜਿਹੜੀਆਂ ਸਾਡੇ ਮੰਗ ਪੱਤਰ 'ਚ ਉਹ ਤਾਂ ਦੇ ਦਿਓ ਸਾਨੂੰ। MSP ਦੇ ਉੱਪਰ ਕਿੰਨੇ ਕੁ ਕਿਸਾਨ ਆਗੂਆਂ ਦੀ ਸਹਿਮਤੀ ਬਣ ਰਹੀ ਹੈ? ਤੁਸੀਂ ਤਾਂ ਖੁੱਲ੍ਹ ਕੇ ਕਹਿ ਰਹੇ ਹੋ ਕਿ MSP ਦੇ ਉੱਪਰ ਅੜਨਾ ਚਾਹੀਦਾ ਸਾਨੂੰ। ਬਹੁਤ ਸਾਰੇ ਕਿਸਾਨ ਨੇ ਜਿਨ੍ਹਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ ਆਗੂਆਂ ਬਾਰੇ ਕਿ ਉਹ ਕਹਿ ਰਹੇ ਨੇ ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ, ਘਰ ਵਾਪਸੀ ਕਰਨੀ ਚਾਹੀਦੀ ਹੈ। ਕਿੰਨੇ ਕੁ ਸਹਿਮਤ ਹੋ ਰਹੇ ਨੇ? ਦੇਖੋ SKM ਲਗਭਗ ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ 'ਚ ਜਿਹੜਾ ਲੱਗਿਆ ਜਿੰਨਾ ਕੁ ਮਾੜਾ ਮੋਟਾ ਕੁਛ ਆਗੂਆਂ ਨੂੰ ਐਂ ਲੱਗਦਾ ਸੀ ਭੁਲੇਖਾ, ਬਹੁਤਾ ਇਹ ਨਹੀਂ ਗੱਲ ਸੀ। ਉੱਥੇ ਵੀ ਇਹ ਸੀ ਗੱਲ ਵੀ ਜੇ MSP ਦਾ ਕਾਨੂੰਨ ਬਣ ਗਿਆ ਤਾਂ ਸ਼ਾਇਦ ਪੰਜਾਬ ਦਾ ਕੋਟਾ ਘਟ ਜਾਏਗਾ, ਇੱਕ ਸੋਚ ਬਣ ਗਈ ਸੀ। ਉਹਨਾਂ ਦੀ ਕੱਲ ਭੁਲੇਖਾ ਦੂਰ ਹੋ ਗਿਆ ਕਿ ਦੇਖੋ MSP ਦੀ ਗਰੰਟੀ ਦਾ ਅਗਰ ਕਾਨੂੰਨ ਬਣਦਾ ਤੇ ਪੂਰੇ ਦੇਸ਼ ਲਈ ਬਣਨਾ। ਔਰ MSP ਦੀ ਗਰੰਟੀ ਦੇ ਕਾਨੂੰਨ ਦਾ ਮਤਲਬ ਕੀ ਹੈ ਕਿ ਹਰ ਫਸਲ MSP ਦੇ ਰੇਟ ਦੇ ਉੱਤੇ ਵਿਕਣੀ ਆ, ਨਹੀਂ ਖਰੀਦੇਗਾ ਤਾਂ ਗਰੰਟੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਉਹਨੂੰ ਖਰੀਦਣ ਵਾਲੇ ਨੂੰ ਖਰੀਦਣੀ ਪਏਗੀ। ਹੁਣ ਜੇ ਇਹ ਗੱਲ ਆਉਂਦੀ ਹੈ ਤਾਂ ਉਹ ਪੰਜਾਬ ਵਾਸਤੇ ਵੀ ਹੈ ਨਾ। ਪੰਜਾਬ ਦਾ ਕੋਟਾ ਕਿਵੇਂ ਘਟ ਜਾਏਗਾ ਜੀ? ਰਹੀ ਗੱਲ ਕੋਟਾ ਘਟਣ ਦੀ, ਜਿਸ ਤਰੀਕੇ ਦੇ ਨਾਲ ਗੈਟ ਦਾ ਪ੍ਰੈਸ਼ਰ ਹੈ, WTO ਦਾ ਪ੍ਰੈਸ਼ਰ ਹੈ, WTO ਕਹਿ ਰਿਹਾ ਕਿ MSP ਦੇਣੀ ਬੰਦ ਕਰੇ ਭਾਰਤ। ਅਗਰ ਉਹ ਹੁੰਦੀ ਹੈ ਤਾਂ MSP ਦੇ ਉੱਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨਾ ਹੀ ਪੈਣਾ। ਇਹ ਮਿਲਣੀ ਨਹੀਂ। ਉਹਦਾ ਹੀ ਅਸਰ ਹੈ ਕਿ ਐਤਕੀ ਪੰਜਾਬ ਸਰਕਾਰ ਨੇ ਕਹਿਤਾ ਵੀ 25 ਕੁਇੰਟਲ ਹੀ ਪ੍ਰਤੀ ਏਕੜ ਲਵਾਂਗੇ। ਉਹ ਕਿਉਂ ਕਿਹਾ ਜੀ? ਉਸੇ ਦਾ ਅਸਰ ਹੈ। ਗੈਟ ਕਹਿ ਰਿਹਾ, WTO ਕਹਿ ਰਿਹਾ ਹੈ ਕਿ MSP ਨੂੰ ਮਤਲਬ MSP ਦੇ ਉੱਤੇ ਕਿਸਾਨਾਂ ਦੀ ਫਸਲ ਨਹੀਂ ਖਰੀਦਣੀ। ਤਾਂ ਉਹਦੀ ਲੜਾਈ ਸਾਨੂੰ ਲੜਨ ਵਾਸਤੇ, MSP ਦੀ ਲੜਾਈ ਲੜਨ ਵਾਸਤੇ ਅਗਰ ਅੱਜ ਨਹੀਂ ਲੜਾਂਗੇ ਤਾਂ ਕੱਲ ਇਹ ਸਾਨੂੰ ਲੜਨੀ ਪੈਣੀ ਹੈ। ਔਰ ਅੱਜ ਐਡਾ ਵੱਡਾ ਅੰਦੋਲਨ ਖੜਾ ਹੋਇਆ, ਅਗਰ ਅਸੀਂ ਅੱਜ ਹੀ ਪੂਰੇ ਦੇਸ਼ ਦਾ ਸਾਥ ਦੇ ਕੇ ਨੂੰ ਜਿੱਤ ਲਾਂਗੇ ਤਾਂ ਸੌਖੀ ਜਿੱਤੀ ਜਾਏਗੀ, ਕਿਉਂਕਿ ਐਡੇ ਐਡੇ ਅੰਦੋਲਨ ਰੋਜ਼ ਖੜੇ ਕਰਨੇ ਪੋਸੀਬਲ ਨਹੀਂ ਹੁੰਦੇ। ਮਤਲਬ ਤੁਸੀਂ ਉਮੀਦ ਜਤਾ ਰਹੇ ਹੋ ਕਿ ਕੁਝ ਦਿਨਾਂ ਦੇ ਵਿੱਚ MSP ਦਾ ਮਸਲਾ ਵੀ ਹੱਲ ਕੀਤਾ ਜਾ ਸਕਦਾ ਹੈ ਜੇਕਰ ਸਾਰੇ ਆਗੂ ਇੱਕਮਤ ਹੋ ਜਾਣ? ਹਾਂ, ਹੋ ਸਕਦਾ ਹੈ, ਕੋਈ ਦਿੱਕਤ ਨਹੀਂ ਹੈ। ਜੇਕਰ ਦੁਨੀਆ ਭਰ ਦੇ ਪੰਜਾਬੀਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਵੀ
ਭਾਵਨਾ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਲੋਕਾਂ ਨੇ ਹੈਲਪ ਵੀ ਕੀਤੀ, ਦੇਸ਼ ਵਿਦੇਸ਼ ਦੇ ਵਿੱਚ ਸਾਰੇ ਲੋਕ ਇਸ ਸਮੇਂ ਵੀ ਇਸ ਅੰਦੋਲਨ ਦੇ ਉੱਪਰ ਆਪਣੀ ਨਿਗਾਹ ਟਿਕਾ ਕੇ ਬੈਠੇ ਹੋਏ ਨੇ। ਨਾਲ ਨਾਲ ਉਮੀਦ ਕਰ ਰਹੇ ਨੇ ਕਿ ਕਦੋਂ ਹੁਣ ਕਿਸਾਨ ਆਪਣੇ ਘਰਾਂ ਨੂੰ ਪਰਤਣਗੇ, ਕਦੋਂ ਬੀਬੀਆਂ ਭੈਣਾਂ ਜਿਹੜੀਆਂ ਲਗਾਤਾਰ ਲੰਗਰ ਪਕਾ ਰਹੀਆਂ ਨੇ ਉਹ ਵਾਪਸ ਆਉਣਗੀਆਂ। ਕੀ ਉਮੀਦ ਜਤਾਈ ਜਾਏ, ਕਿੰਨਾ ਕੁ ਸਮਾਂ ਲੱਗ ਸਕਦਾ? ਦੇਖੋ, ਇਹ ਤਾਂ ਸਰਕਾਰ ਤੇ ਡਿਪੈਂਡ ਕਰਦਾ ਹੁੰਦਾ ਹੈ, ਪਰ ਮੈਨੂੰ ਉਮੀਦ ਹੈ ਕਿ ਅਗਰ ਅਸੀਂ ਇਕਜੁੱਟਤਾ ਦੇ ਨਾਲ ਲੱਗੇ ਰਹੇ, ਬੀਜੇਪੀ ਨਹੀਂ ਚਾਹੇਗੀ ਕਿ ਯੂਪੀ ਉੱਤਰਾਖੰਡ ਦੇ ਵਿੱਚੋਂ ਉਹਨਾਂ ਨੂੰ ਵੱਡਾ ਲੋਸ ਉਠਾਉਣਾ ਪਵੇ। ਉਹ ਉਸ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੂੰ, ਇਹ ਲੋਕਾਂ ਨੂੰ ਇੱਥੋਂ ਉਠਾਉਣ ਵਾਸਤੇ ਜਾਂ ਤਾਂ ਡਾਂਗਾ ਮਾਰਨੀਆਂ ਪੈਣਗੀਆਂ ਜਾਂ ਐਮਐਸਪੀ ਦੇਣੀ ਪਏਗੀ। ਇੱਕ ਕੰਮ ਕਰਨਾ ਪਏਗਾ। ਔਰ ਜੇ ਡਾਂਗਾ ਮਾਰਨੀਆਂ ਹੈ ਤਾਂ ਫਿਰ ਕਾਨੂੰਨ ਦੇ ਕੇ ਕਾਨੂੰਨ ਵਾਪਸ ਲੈ ਕੇ ਵੀ ਕੀ ਕਰਨੇ ਸੀ। ਤੋ ਇਸ ਕਰਕੇ ਉਮੀਦ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਸਰਕਾਰ ਮਤਲਬ ਬਣਾਏਗੀ। ਇੱਕ ਸਵਾਲ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਜ਼ਰੂਰ ਕਰਨਾ ਚਾਹੂੰਗਾ। ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕ ਤੰਗ ਆਏ ਹੋਏ ਨੇ। ਅਕਾਲੀ ਦਲ ਨੂੰ ਪਰਖ ਲਿਆ, ਕਾਂਗਰਸ ਨੂੰ ਪਰਖ ਲਿਆ, ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਵਾਅਦੇ ਕੀਤੇ ਜਾਂਦੇ ਨੇ ਪਰ ਵਾਅਦੇ ਕਦੇ ਪੂਰੇ ਨਹੀਂ ਹੁੰਦੇ। ਹੁਣ ਲੋਕ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਤਾਂ ਕਿਸਾਨਾਂ ਤੋਂ ਲੋਕਾਂ ਨੂੰ ਆਸ ਵੱਜੀ ਕਿ ਕਿਸਾਨ ਸਾਡੇ ਪੰਜਾਬ ਦਾ ਵੀ ਕੁਝ ਸਵਾਰ ਸਕਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਇਕਮੁੱਠ ਹੋ ਕੇ ਕੀ ਕੋਈ ਪਾਰਟੀ ਬਣਾਉਣਗੇ, ਇਲੈਕਸ਼ਨ ਲੜਨਗੇ, ਲੋਕਾਂ ਨੂੰ ਕੋਈ ਦਿਸ਼ਾ ਦਿਖਾਉਣਗੇ? ਦੇਖੋ, ਅਗਰ ਤਾਂ ਅਸੀਂ ਐਮਐਸਪੀ ਲੈ ਗਏ, ਕਿਸਾਨਾਂ ਤੇ ਨੌਜਵਾਨਾਂ ਤੇ ਦਰਜ ਹੋਏ ਮੁਕੱਦਮੇ ਰੱਦ ਕਰਾ ਗਏ, ਤਾਂ ਕਿਤੇ ਨਾ ਕਿਤੇ ਕੋਈ 4 ਵੋਟਾਂ ਕਿਸੇ ਨੂੰ ਪੈਣ ਦਾ ਚਾਂਸ ਬਣਨਗੇ। ਅਗਰ ਉਹਨਾਂ ਤੋਂ ਅਸੀਂ ਪਿੱਛੇ ਹਟ ਗਏ ਨਾ, ਮੈਨੂੰ ਲੱਗਦਾ ਜ਼ਮਾਨਤਾਂ ਜ਼ਬਤ ਹੋਣਗੀਆਂ, ਕਿਸੇ ਨੇ ਵੋਟ ਨਹੀਂ ਪਾਉਣੀ। ਦੂਜੀ ਜਿਹੜੀ ਗੱਲ ਹੈ ਵੱਡੀ, ਮੇਰੀ ਜਥੇਬੰਦੀ ਬੜੀ ਕਲੀਅਰ ਹੈ ਕਿ ਅਸੀਂ ਨਾ ਚੋਣਾਂ 'ਚ ਹਿੱਸਾ ਲੈਂਦੇ ਹਾਂ, ਨਾ ਅੱਗੇ ਲੈਣਾ ਹੈ, ਨਾ ਕਿਸੇ ਦਾ ਵਿਰੋਧ ਕਰਦੇ ਹਾਂ, ਨਾ ਕਿਸੇ ਦੀ ਸਪੋਰਟ ਕਰਦੇ ਹਾਂ। ਮੈਂ ਸੋਚਦਾ ਕਿ ਕਿਸਾਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ, ਪੰਜਾਬੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਆਹ ਕਾਨੂੰਨ ਆ ਗਏ ਸੀ। ਸੰਸਦ ਦੇ ਵਿੱਚ ਬੈਠਣ ਵਾਲਿਆਂ ਨੇ, ਜਿੱਤਣ ਵਾਲਿਆਂ ਨੇ, ਇਲੈਕਸ਼ਨ ਲੜਨ ਵਾਲਿਆਂ ਨੇ ਕੀ ਕੀਤਾ ਜੀ? ਤੁਸੀਂ ਗਰਾਊਂਡ ਤੇ ਮੈਦਾਨ 'ਚ ਆ ਕੇ ਸੜਕਾਂ ਤੇ ਬੈਠੇ ਆ ਤੇ ਕਾਨੂੰਨ ਵਾਪਸ ਹੋਏ ਨਾ। ਇਸ ਗੱਲ ਤੇ ਟੇਕ ਰੱਖੋ, ਆਪਦੀ ਦਰੀ ਤੇ ਟੇਕ ਰੱਖੋ, ਆਪਦੇ ਅੰਦੋਲਨ ਤੇ ਟੇਕ ਰੱਖੋ। ਅੰਦੋਲਨ ਭਾਰਤੀਆਂ ਨੂੰ ਹਮੇਸ਼ਾ ਕਰਨਾ ਪੈਣਾ, ਔਰ ਭਾਰਤੀ, ਹਿੰਦੁਸਤਾਨੀ, ਖਾਸ ਕਰਕੇ ਪੰਜਾਬੀ ਅੰਦੋਲਨ ਕਰਨ ਲਈ 24 ਘੰਟੇ ਆਪਣੇ ਆਪ ਨੂੰ ਤਿਆਰ ਰੱਖਣ। ਤੇ ਮੈਂ ਦਾਅਵੇ ਨਾਲ ਗੱਲ ਕਰਦਾ ਕਿ ਜਦੋਂ ਤਗੜਾ ਪ੍ਰੈਸ਼ਰ ਗਰੁੱਪ ਬਣਾਤਾ, ਅਸੀਂ ਸਰਕਾਰ ਦੀ ਜ਼ਰੂਰਤ ਨਹੀਂ ਪੈਣੀ ਸਾਡੇ ਖਿਲਾਫ ਕੋਈ ਫੈਸਲਾ ਲੈ ਜਾਏ, ਔਰ ਸਾਨੂੰ ਸਰਕਾਰ ਬਣਾਉਣ ਦੀ ਕੋਈ ਲੋੜ ਨਹੀਂ। ਫਿਰ ਅਸੀਂ ਆਪਦੇ ਕਿਸਾਨਾਂ ਦੇ ਮਸਲੇ ਹੱਲ ਉਸ ਪ੍ਰੈਸ਼ਰ ਗਰੁੱਪ ਨਾਲ ਕਰਾਂਗੇ। ਆਖਰੀ ਸਵਾਲ, ਅਗਲੀਆਂ ਇਸ ਮੁੱਦੇ ਨੂੰ ਲੈ ਕੇ ਮੀਟਿੰਗਾਂ ਕਦੋਂ ਹੋਣਗੀਆਂ? ਕੀ ਗੱਲਬਾਤ ਹੋ ਰਹੀ ਹੈ ਸਾਰੇ ਕਿਸਾਨ ਆਗੂਆਂ ਦੀ? ਅੱਜ ਵੀ ਹੋ ਰਹੀ ਹੈ ਕੁਝ? ਹੁਣੇ ਮੀਟਿੰਗ ਹੋ ਰਹੀ ਹੈ ਸਾਡੀ 9 ਮੈਂਬਰੀ ਕਮੇਟੀ ਦੀ। ਉਸ ਤੋਂ ਬਾਅਦ ਕੱਲ ਨੂੰ ਐਸਕੇਐਮ ਦੀ ਮੀਟਿੰਗ ਹੋਣੀ ਹੈ, ਉਹਦੇ 'ਚ ਬੈਠ ਕੇ ਵਿਚਾਰਾਂ ਕਰਾਂਗੇ। ਇਸ ਹਨ ਜਗਜੀਤ ਸਿੰਘ ਡੱਲੇਵਾਲ, ਕਿਸਾਨ ਆਗੂ। ਇਹਨਾਂ ਦਾ ਕਹਿਣਾ ਕਿ ਐਮਐਸਪੀ ਦੇ ਉੱਪਰ ਕਿਸਾਨਾਂ ਨੂੰ ਅੜਨਾ ਚਾਹੀਦਾ ਹੈ। ਭਾਵੇਂ ਕਿ ਕਾਨੂੰਨ ਰੱਦ ਹੋ ਗਏ ਨੇ, ਇਹ ਜਿੱਤ ਹੈ, ਇਹ ਜਿੱਤ ਮੰਨੀ ਜਾਣੀ ਚਾਹੀਦੀ ਹੈ, ਪਰ ਨਾਲ ਨਾਲ ਜਿਹੜੇ ਮਸਲੇ ਨੇ ਹੋਰ ਕਿਸਾਨਾਂ ਦੇ, ਉਹਨਾਂ ਨੂੰ ਹੱਲ ਕਰਾਏ ਤੋਂ ਬਿਨਾਂ ਕਿਸਾਨਾਂ ਨੂੰ ਵਾਪਸ ਨਹੀਂ ਮੁੜਨਾ ਚਾਹੀਦਾ। ਕੈਮਰਾਮੈਨ ਗਗਨ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਦਿੱਲੀ।